ਇਹ ਸਾਰਾ ਟੋਟਲੀ ਵੱਟਾਂ ਤੇ ਲੱਗਿਆ ਹੋਇਆ ਝੋਨਾ। ਆ ਖੇਤ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਇਹ 100 PR 129 ਲੱਗਿਆ ਹੋਇਆ ਤੇ ਅਜੇ ਤੱਕ ਇਹਦੇ ਵਿੱਚ ਕੋਈ ਵੀ ਸਪਰੇਅ ਨਹੀਂ ਕੀਤੀ ਗਈ ਅੱਜ ਤੱਕ। ਇਹਦੀ ਜਿੰਨੀ ਤੁਸੀਂ ਇੱਥੇ ਤੱਕ ਦੇਖ ਰਹੇ ਹੋ ਲੋਕੀ ਸਪਲੀਮੈਂਟਸ ਪਾਉਂਦੇ ਨੇ, ਗਰੋਥ ਰੈਗੂਲੇਟਰ ਪਾਉਂਦੇ ਨੇ, ਫੰਗੀਸਾਈਡਸ ਪਾਉਂਦੇ ਨੇ। ਆਮ ਤੌਰ ਤੇ ਇੱਕ ਜ਼ਿਮੀਂਦਾਰ 5 ਤੋਂ 6 ਹਜ਼ਾਰ ਦੀ ਸਪਰੇਅ ਕਰ ਚੁੱਕਿਆ ਆਪਦੇ ਖੇਤਾਂ 'ਚ। ਸੋ ਜਿਹੜੀ ਆਪਾਂ ਹੁਣ ਤੱਕ ਬਿਲਕੁਲ ਨਹੀਂ ਕੀਤੀ। ਸੋ ਟੋਟਲੀ ਬਿਲਕੁਲ ਜ਼ੀਰੋ ਸਪਰੇਅ ਦੇ ਨਾਲ ਆਪਾਂ ਇੱਕ ਚੰਗੀ ਖੇਤੀ ਕਰ ਸਕਦੇ ਹਾਂ। ਸੋ ਇਹੋ ਜਿਹੇ ਮੁੱਦੇ ਸੋਸ਼ਲ ਮੀਡੀਆ ਤੇ ਹੋਣੇ ਚਾਹੀਦੇ ਨੇ। ਆ ਖੇਤੀ ਦਾ ਮੁੱਦਾ, ਆਪਾਂ ਆਪਣੀ ਖੇਤੀ ਜ਼ਹਿਰਾਂ ਤੋਂ ਮੁਕਤ ਹੋਣੀ ਚਾਹੀਦੀ ਹੈ। ਆਪਣੀ ਖੇਤੀ ਜ਼ਹਿਰਾਂ ਤੋਂ ਜੇ ਮੁਕਤ ਹੋਊਗੀ ਤਾਂ ਹੀ ਆਪਾਂ ਚੰਗੀ ਸਿਹਤ, ਆਪਾਂ ਨੂੰ ਚੰਗੀ ਸਿਹਤ ਮਿਲੂਗੀ। ਤੇ ਆਪਾਂ ਨੂੰ ਇਸ ਟੈਕਨੀਕ ਨੂੰ ਤੇ ਬਿਨਾਂ ਕੈਮੀਕਲ ਵਾਲੀ ਖੇਤੀ ਨੂੰ ਪ੍ਰਮੋਟ ਕਰਕੇ ਆਪਣੇ ਖੇਤੀ ਨੂੰ ਬਚਾਉਣਾ ਪਊਗਾ। ਸਭ ਤੋਂ ਪਹਿਲੀ ਗੱਲ ਹੈ, ਜੇ ਆਪਾਂ ਪ੍ਰੋਬਲਮ ਨੂੰ ਰੈਕਟੀਫਾਈ ਨਹੀਂ ਕਰਾਂਗੇ ਤਾਂ ਆਪਾਂ ਪ੍ਰੋਬਲਮ ਦਾ ਹੱਲ ਕਿੱਥੋਂ ਕਰਾਂਗੇ। ਇਸ ਗੱਲ ਤੇ ਕੋਈ ਚਰਚਾ ਹੀ ਨਹੀਂ ਹੋ ਰਹੀ, ਕਿਤੇ ਚਰਚਾ ਹੀ ਨਹੀਂ ਹੋ ਰਹੀ। ਜੇ ਮੀਡੀਆ 'ਚ ਗੱਲ ਵੀ ਹੁੰਦੀ ਹੈ ਤਾਂ ਜ਼ਿਮੀਂਦਾਰਾਂ ਦੇ ਕਰਜ਼ੇ ਦੀ ਗੱਲ ਹੋ ਜਾਂਦੀ ਹੈ। ਵੱਧ ਤੋਂ ਵੱਧ ਦੀਵਾਲੀ ਦੇ ਨੇੜੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਗੱਲ ਹੋ ਜਾਂਦੀ ਹੈ। ਲੇਕਿਨ ਜਦੋਂ ਅਸੀਂ ਆਪਦੇ ਖੇਤਾਂ 'ਚ ਫਿਰਦੇ ਹਾਂ, ਅਸੀਂ ਧੁੱਪੇ ਲੀਰੋ ਲੀਰ ਹੁੰਦੇ ਹਾਂ ਤਾਂ ਨਾ ਸਾਨੂੰ ਇਹਨਾਂ ਦੇ ਫਸਲਾਂ ਦੇ ਮੁੱਲ ਮਿਲਦੇ ਨੇ। 6-6 ਮਹੀਨੇ ਅਸੀਂ ਫਸਲਾਂ ਪਾਲਦੇ ਹਾਂ, ਮੁੜ ਕੇ ਸਾਨੂੰ ਮੰਡੀ ਸਿੱਟਣੀਆਂ ਪੈਂਦੀਆਂ ਨੇ ਕਿਉਂਕਿ ਸਾਨੂੰ ਮੁੱਲ ਹੀ ਇਹੋ ਜਿਹੇ ਮਿਲਦੇ ਨੇ, ਵੇਚਣਾ ਤਾਂ ਕਹਿ ਹੀ ਨਹੀਂ ਸਕਦੇ। ਸੋ ਇਹ ਸਿਰਫ ਔਰ ਸਿਰਫ ਜੱਟਾਂ ਦੀ ਗੱਲ ਨਹੀਂ, ਆਪਾਂ ਨੂੰ ਸਾਰਿਆਂ ਨੂੰ ਹੀ ਸੋਚਣਾ ਪੈਣਾ। ਕਿਉਂਕਿ ਜੇ ਤੁਸੀਂ ਖਾਂਦੇ ਹੋ ਤਾਂ ਤੁਸੀਂ ਜੱਟਾਂ ਦੇ ਦੇਣਦਾਰ ਹੋ, ਤੁਸੀਂ ਖੇਤੀ ਵਰਗ ਦੇ ਦੇਣਦਾਰ ਹੋ। ਜੇ ਤੁਸੀਂ ਖਾਂਦੇ ਹੋ, ਤੁਹਾਡੀ ਰਸੋਈ 'ਚ ਜੇ ਅੰਨ ਉੱਗ ਰਿਹਾ ਤਾਂ ਉਹ ਕਿਸੇ ਨਾ ਕਿਸੇ ਖੇਤ 'ਚੋਂ ਆਇਆ ਤੇ ਇਹਨੂੰ ਉਗਾਉਣ ਲਈ ਬਹੁਤ ਮਿਹਨਤ ਕੀਤੀ ਜਾਂਦੀ ਹੈ ਤੇ ਜਿਹਦਾ ਮੁੱਲ ਉਸ ਕਿਸਾਨ ਨੂੰ ਨਹੀਂ ਮਿਲਦਾ। ਸੋ ਇਸ ਕਰਕੇ ਆਪਾਂ ਨੂੰ ਚੰਗੀ ਖੇਤੀ ਤੇ ਖੇਤੀ ਕਰਨ ਵਾਲੇ ਲੋਕਾਂ ਬਾਰੇ ਸੋਚਣਾ ਪੈਣਾ। ਤਾਂ ਹੀ ਆਪਾਂ ਇਹ ਜਿਹੜੀਆਂ ਦੁਵਿਧਾਵਾਂ 'ਚ ਫਸੇ ਹੋਏ ਆ, ਪਿਛਲੇ 30 ਸਾਲ ਤੋਂ ਲਗਾਤਾਰ ਗਲਤੀਆਂ ਕਰਦੇ ਹੋਏ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜੀਆਂ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਬੰਦ ਨਹੀਂ ਹੋਈਆਂ। ਯੂਰੀਏ ਦੀ ਯੂਜ਼ੇਜ ਤੇ ਰੋਕ ਲੱਗਣੀ ਚਾਹੀਦੀ ਸੀ, ਘਟਣਾ ਚਾਹੀਦਾ ਸੀ, ਨਹੀਂ ਲੱਗਿਆ। ਬਟ ਉਹਨਾਂ ਦੇ ਪੈਸੇ ਕਮਾਏ ਗਏ। ਜਦੋਂ ਰੋਕ ਲਾਉਣ ਦੀ ਕੋਸ਼ਿਸ਼ ਹੁੰਦੀ ਸੀ ਉਹ ਪੈਸੇ ਵਧਾ ਕੇ ਹੋਰ ਚਲਾ ਦਿੰਦੇ ਸੀਗੇ। ਉਹ ਕਿੰਨੇ ਸਾਲ ਚੱਲਦਾ ਰਿਹਾ, ਲੇਕਿਨ ਉਹਦਾ ਨਤੀਜਾ ਕੀ ਭੁਗਤਣਾ ਪਿਆ। ਅੱਜ ਪੰਜਾਬ ਦੇ ਵਿੱਚ ਮੁੰਡਿਆਂ ਦੇ ਕੱਦ ਨੇ ਕਿੱਥੇ ਰਹਿ ਗਏ ਨੇ। ਅੱਗੇ ਮੈਨੂੰ ਖੁਸ਼ੀ ਹੋ ਰਹੀ ਹੈ ਤੁਹਾਨੂੰ ਦਿਖਾਉਂਦੇ ਹੋਏ 126 ਦਾ ਇਹ ਖੇਤ, ਕਿਉਂਕਿ ਕਈ ਲੋਕਾਂ ਨੂੰ ਇਸ ਵਾਰੀ, ਕਈ ਜ਼ਿਮੀਂਦਾਰਾਂ ਨੂੰ 126 'ਚ ਪ੍ਰੋਬਲਮ ਆ ਰਹੀ ਹੈ ਤੇ ਕਈਆਂ ਨੇ ਫੋਨ ਵੀ ਕੀਤਾ ਵੀ ਸਾਡੀ 26 ਨੇ ਬੂਝਾ ਨਹੀਂ ਮਾਰਿਆ ਜਾਂ ਇੰਨੀ ਤਕੜੀ ਨਹੀਂ ਹੋਈ। ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਆਹ 126 ਟੋਟਲੀ ਵੱਟਾਂ ਤੇ ਲੱਗੀ ਹੋਈ ਆ। ਇਹਦੀ ਹਾਈਟ ਤਕਰੀਬਨ 3.5 ਤੋਂ ਪੌਣੇ 4 ਫੁੱਟ ਦੇ ਉਹਦੇ ਨਾਲੋਂ 6 ਇੰਚ ਉੱਚੀ ਆ। ਓਕੇ, ਤੇ ਆ ਤੁਸੀਂ ਦੇਖ ਸਕਦੇ ਹੋ ਬੰਦਾ ਵੱਟ ਤੇ ਖੜਾ 126। ਜੇ ਆਪਾਂ ਆਪਣੀਆਂ ਖੁਰਾਕਾਂ ਸੈੱਟ ਨਹੀਂ ਕਰਾਂਗੇ, ਆਪਾਂ ਆਪਣੇ ਸਰੀਰ ਸਿਹਤਮੰਦ ਨਹੀਂ ਰੱਖ ਸਕਦੇ। ਆਪਾਂ ਨੂੰ ਇਹ ਚੀਜ਼ ਤਾਂ ਬਹੁਤ ਚੰਗੀ ਤਰ੍ਹਾਂ ਹੁਣ ਇਸ ਕਰੋਨਾ ਕਾਲ ਦੇ ਵਿੱਚ ਪਤਾ ਲੱਗ ਚੁੱਕੀ ਹੈ ਕਿ ਸਿਹਤ ਤੋਂ ਉੱਤੇ ਕੁਛ ਨਹੀਂ, ਸਿਹਤ ਸਭ ਤੋਂ ਪਹਿਲਾਂ ਜਿਵੇਂ ਕਿ। ਲੇਕਿਨ ਮੇਰੀ ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿ ਜਿਹੜੀ ਵੀ ਚੀਜ਼ ਆਪਾਂ ਪੈਸੇ ਦੇ ਕੇ ਖਰੀਦਦੇ ਹਾਂ ਜਾਂ ਜਿਹੜੀ ਵੀ ਚੀਜ਼ ਆਪਾਂ ਖਾਂਦੇ ਹਾਂ ਉਹ ਕਿੱਥੋਂ ਆਈ ਆ, ਇਸ ਗੱਲ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ। ਜਿੱਦਣ ਤੁਹਾਨੂੰ ਪਤਾ ਲੱਗ ਗਿਆ ਕਿ ਜਿਹੜਾ ਆਟਾ ਤੁਸੀਂ ਖਾ ਰਹੇ ਹੋ ਜਾਂ ਜਿਹੜੇ ਚੌਲ ਤੁਸੀਂ ਖਾ ਰਹੇ ਹੋ ਉਹਨਾਂ ਨੂੰ ਪੈਦਾ ਕਰਨ ਲਈ ਕਿੰਨੇ ਕੀਟਨਾਸ਼ਕ ਪਾਏ ਜਾਂਦੇ ਨੇ, ਜਾਂ ਜਿਹੜੀਆਂ ਸਬਜ਼ੀਆਂ ਤੁਸੀਂ ਖਾ ਰਹੇ ਹੋ ਉਹਨਾਂ ਨੂੰ ਕਿੰਨੇ ਟੀਕੇ ਲੱਗਦੇ ਨੇ ਜਾਂ ਉਹਨਾਂ ਨੂੰ ਕਿੰਨੀਆਂ ਸਪਰੇਹਾਂ ਕੀਤੀਆਂ ਜਾਂਦੀਆਂ ਨੇ, ਤਾਂ ਮੈਨੂੰ ਨਹੀਂ ਲੱਗਦਾ ਸ਼ਾਇਦ ਤੁਸੀਂ ਸਬਜ਼ੀਆਂ ਖਾਣੀਆਂ ਵੀ ਪਸੰਦ ਕਰੋਗੇ। ਕਿਉਂਕਿ ਇਹ ਰਿਐਲਿਟੀ ਆ, ਲੋਕ ਮੰਨਦੇ ਨਹੀਂ। ਔਰ ਇਸ ਚੀਜ਼ ਤੋਂ ਬਚਣ ਲਈ ਹੁਣ ਲੋਕਾਂ ਨੂੰ ਅਚਾਨਕ ਲੱਗਣ ਲੱਗ ਗਿਆ ਕਿ ਸਾਨੂੰ ਰਾਤੋਂ ਰਾਤ ਹੀ ਖੱਲ ਮਿਲ ਜੇ ਆਰਗੈਨਿਕ ਖੇਤੀ। ਆਰਗੈਨਿਕ ਖੇਤੀ ਇੰਨੀ ਛੇਤੀ ਤੁਸੀਂ ਕਿਵੇਂ ਅੱਜ ਹੀ ਕਰ ਲਈ। ਖੇਤਾਂ ਨੂੰ ਆਰਗੈਨਿਕ ਕਰਨ ਲਈ ਬਹੁਤ ਟਾਈਮ ਲੱਗਦਾ। ਤੁਹਾਨੂੰ ਹੌਲੀ ਹੌਲੀ ਕਰਕੇ ਪਹਿਲਾਂ ਆਪਣਾ ਜਿਹੜਾ ਤੁਹਾਡਾ ਕੈਮੀਕਲਸ ਤੁਸੀਂ ਜਿਹੜੇ ਹੌਲੀ ਹੌਲੀ ਕਰਕੇ ਤੁਹਾਨੂੰ ਜਿਹੜੇ ਕੈਮੀਕਲਸ ਤੁਸੀਂ ਕਰੰਟਲੀ ਯੂਜ਼ ਕਰ ਰਹੇ ਹੋ ਉਹਨਾਂ ਨੂੰ ਕੱਟ ਡਾਊਨ ਕਰਨਾ ਪੈਂਦਾ।
ਮੋਟਰ ਤੇ ਨਹੀਂ ਸਾਨੂੰ ਪਿੰਡ ਪਿਆਰਾ ਏ, ਕਦੇ ਪੱਕਾ ਨਹੀਂ ਹੋਣਾ ਨਹੀਂ ਉਹ ਸਾਡਾ ਕੱਚਾ ਢਾਰਾ ਏ। ਅੰਬ ਅਮਰੂਦ ਤੇ ਕਿੰਨੂ, ਅੰਬ ਅਮਰੂਦ ਤੇ ਕਿੰਨੂ ਨਾਲੇ ਲਾਤੇ ਅਨਾਰ ਹਾਂ, ਬਾਕੀ ਗੱਲਾਂ ਬਾਤ ਤੋਂ ਪਹਿਲਾਂ ਸਰਦਾਰ ਹਾਂ। ਭਾਈ ਜੀ ਆਹ ਬਿਲਕੁਲ ਹੀ ਆਰਗੈਨਿਕ ਕੀਲਾ। ਤੇ ਹੁਣ ਆਪਾਂ ਟੂਰ ਕੱਢਦੇ ਮਿੱਤਰਾਂ ਦੀ ਮੋਟਰ ਤੇ ਪਹੁੰਚ ਚੁੱਕੇ ਹਾਂ। ਇਹ ਬਿਲਕੁਲ ਆਰਗੈਨਿਕ ਆ ਆਪਣੇ ਅਮਰੂਦ ਲੱਗੇ ਹੋਏ ਨੇ। ਮੈਂ ਹਰਕਰਨ ਪਿੰਡ ਸਾਧੂਗੜ੍ਹ ਫਾਰਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦਾ। ਤੇ ਇਹ ਸਾਡੀ ਜਿਹੜੀ ਮੈਥਡ ਆ ਪੱਟਾਂ ਤੇ ਝੋਨੇ ਦੀ, ਇਹ ਹੈਗੀ ਆ 28 ਮਈ ਦੀ ਪਨੀਰੀ ਬੀਜੀ ਸੀਗੀ ਤੇ ਇਹ 15 ਤਰੀਕ ਨੂੰ ਟ੍ਰਾਂਸਪਲਾਂਟ ਹੋਈ ਸੀਗੀ ਖੇਤ ਦੇ। ਓਕੇ, ਅੱਜ ਤੁਸੀਂ ਇਹਦਾ ਦਿਨਾਂ ਦਾ ਮਤਲਬ ਕਾਊਂਟ ਕਰ ਸਕਦੇ ਹੋ ਹਾਂ ਵੀ ਕਿੰਨੇ ਦਿਨਾਂ ਦੀ ਹੋ ਗਈ ਇਹ। Okay. ਇਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ। ਹਾਂ ਕੋਈ ਆਮ ਜੀਰੀ ਨਾਲ ਕੋਈ ਫਰਕ ਨਹੀਂ। ਜ਼ਿਮੀਂਦਾਰ ਕਹਿੰਦੇ ਵੀ ਛਿੱਦੀ ਰਹਿ ਜਾਂਦੀ ਆ, ਤੇ ਪਰ ਇਹਨੇ ਬੂਟਾ ਉਹ ਤੋਂ ਵੱਧ ਮਾਰ ਲਿਆ। ਜੇ ਆਮ ਜੀਰੀ ਦੇ 40 ਟਿੱਲਰ ਨੇ ਤਾਂ ਇਹਦੇ 60 ਨੇ। ਓਕੇ, ਤੇ ਜਿਹੜੀ ਸਾਇੰਸ ਦੇ ਹਿਸਾਬ ਨਾਲ ਵੀ ਜਿਹੜਾ ਜੀਰੀ ਆ, 1 ਕਿੱਲਾ ਵੱਧ ਤੋਂ ਵੱਧ 45,000 ਬੂਟਾ ਜਿਹੜਾ ਉਹਨੂੰ ਸਹਿ ਸਕਦਾ। ਤੇ ਆਪਾਂ 1 ਕਿਲੋ 'ਚ 20 ਤੋਂ 25,000 ਦੇ ਕਰੀਬ ਦਾਣਾ ਹੁੰਦਾ ਜੀਰੀ ਦੇ 'ਚ 1 ਕਿਲੋ 'ਚ। ਤੇ 2 ਕਿਲੋ ਹਿਸਾਬ ਨਾਲ ਜੇ ਆਪਾਂ ਲਾਈਏ ਤਾਂ ਉਹ ਪ੍ਰੋਪਰ ਟੈਕਨੀਕ ਆ। ਓਕੇ। ਤੇ ਆਪਾਂ ਜਿਹੜੇ ਭਈਏ ਨੇ ਉਹ 4 ਕਿਲੋ ਵੀ ਲਾਉਂਦੇ ਨੇ, ਆਪਾਂ ਡੀਐਸਆਰ ਕਰਦੇ ਹਾਂ ਉਹ 8 ਕਿਲੋ ਵੀ ਹੋ ਜਾਂਦਾ, ਉਹ ਜ਼ਿਆਦਾ ਸੰਘਣੀ ਹੋ ਜਾਂਦੀ। ਸੋ ਆਪਾਂ ਨੂੰ ਜਿਹੜੀ ਖੇਤੀ ਆ ਉਹ ਅਕੋਰਡਿੰਗਲੀ ਸਾਇੰਸ ਦੇ ਕਾਨੂੰਨਾਂ ਦੇ ਨਾਲ ਹੀ ਰਲ ਕੇ ਕਰਨੀ ਪਊਗੀ। ਸਾਇੰਸ ਤੋਂ ਬਾਹਰ ਹੋ ਕੇ ਖੇਤੀ ਵੀ ਨਹੀਂ ਕਰ ਸਕਦੇ। ਜਿਹੜੀ ਇਹ ਐਸਆਰਆਈ ਟੈਕਨੀਕ ਆ, ਧੱਕਾ ਚੱਲਦਾ ਹੋਊਗਾ, ਗਾਣਿਆਂ ਚੱਲਦਾ ਹੋਊਗਾ, ਖੇਤਾਂ 'ਚ ਧੱਕਾ ਨਹੀਂ ਚੱਲਦਾ। ਖੇਤੀ 'ਚ ਧੱਕੇ ਚਲਾਉਂਦੇ ਰਹੇ ਨੇ ਪਹਿਲਾਂ, ਤਾਂ ਹੀ ਅੱਜ ਤੱਕ ਧੱਕੇ ਵਾਲੀ ਖੇਤੀ ਹੋ ਗਈ ਆ। ਜੇ ਖੇਤੀ ਸਾਇੰਸ ਦੇ ਤਰੀਕੇ ਨਾਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਲਹਿਰਾਂ ਬਹਿਰਾਂ ਕਰਦੇ ਖੇਤ, ਤੇ ਵੱਟਾਂ ਦੇ ਉੱਤੇ ਝੋਨਾ ਇਹ ਸਾਰਾ ਲੱਗਿਆ ਹੋਇਆ ਕੰਪਲੀਟਲੀ। ਤੇ